ਸੋ ਪ੍ਰਧਾਨ ਮੰਤਰੀ ਮੋਦੀ ਦੇ ਤਾਨਿਆਂ ਤੋਂ ਬਾਅਦ ਅਤੇ ਬੀਜੇਪੀ ਦੇ ਵੱਲੋਂ ਅਸਤੀਫਾ ਮੰਗੇ ਜਾਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਮੈਂ ਖੁਦ ਰਾਤ 3 ਵਜੇ ਤੱਕ ਗੱਲਬਾਤ ਕਰਕੇ ਸਾਰੇ ਰਸਤੇ ਕਲੀਅਰ ਕਰਵਾਏ ਸੀ। ਉਹਨਾਂ ਨੂੰ ਕਿਹਾ ਸੀ ਕਿ ਤੁਹਾਡੀ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਾਲ ਕਰਵਾਵਾਂਗਾ, ਯਾਨੀ ਕਿ ਕਿਸਾਨਾਂ ਦੇ ਨਾਲ ਮੇਰੀ ਗੱਲਬਾਤ ਹੋ ਚੁੱਕੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਬਾਈ 에ਅਰ ਸੀ, ਪਰ ਬਠਿੰਡਾ ਆ ਕੇ ਉਹਨਾਂ ਨੇ ਅਚਾਨਕ ਪ੍ਰੋਗਰਾਮ ਬਦਲ ਦਿੱਤਾ ਤੇ ਇਸ ਬਦਲੇ ਪ੍ਰੋਗਰਾਮ ਦੀ ਪੰਜਾਬ ਸਰਕਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜੇ ਸਾਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਬਦਲਵਾਂ ਰੂਟ ਜਾਂ ਕੋਈ ਹੋਰ ਹੈ ਜਿਹੜਾ ਉਹ ਪ੍ਰਬੰਧ ਅਸੀਂ ਕਰ ਲੈਂਦੇ। ਇਹ ਕੁਦਰਤੀ ਹੋ ਗਿਆ ਕਿ ਅੱਗੇ ਕਿਸੇ ਨੇ ਰਾਹ ਰੋਕ ਲਿਆ। ਚੰਨੀ ਨੇ ਕਿਹਾ ਕਿ ਰੈਲੀ ਤਾਂ ਇਹਨਾਂ ਨੇ ਬਹੁਤ ਵੱਡੀ ਰੱਖ ਲਈ, ਕੁਰਸੀਆਂ ਲਾ ਦਿੱਤੀਆਂ, 70,000 ਬੰਦੇ, 700 ਵੀ ਨਹੀਂ ਪਹੁੰਚੇ, ਫਿਰ ਬਹਾਨਾ ਤਾਂ ਲਾਉਣਾ ਹੀ ਸੀਗਾ ਇਹਨਾਂ ਨੇ। ਚੰਨੀ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਨਹੀਂ ਰੋਕਿਆ, ਮੀਂਹ ਹੋਵੇ ਜਾਂ ਕੁਝ ਹੋਰ, ਜਿਸਨੇ ਜਾਣਾ ਹੁੰਦਾ ਉਹ ਪਹੁੰਚ ਹੀ ਜਾਂਦਾ। ਸੋ ਹੁਣ ਸਾਰੇ ਕਾਸੇ ਦੀ ਗਾਜ਼ ਹੈ ਜਿਹੜੀ ਉਹ ਫਿਰੋਜ਼ਪੁਰ ਦੇ ਐਸਐਸਪੀ ਤੇ ਸੁੱਟ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਧੂਰੇ ਸੁਰੱਖਿਆ ਪ੍ਰਬੰਧਾਂ ਦਾ ਮਿਹਣਾ ਮਾਰਨ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਚੰਨੀ ਸਰਕਾਰ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਫਿਰੋਜ਼ਪੁਰ ਦੇ ਐਸਐਸਪੀ ਹਰਮਨ ਹੰਸ ਤੇ ਗਾਜ ਡਿੱਗ ਪਈ ਹੈ। ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਸਸਪੈਂਡ ਹੋਣ ਦੀ ਸੂਚਨਾ ਮਿਲੀ ਹੈ। ਤੇ ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਕਿਉਂਕਿ ਬੀਜੇਪੀ ਪਾਰਟੀ, ਭਾਰਤ ਦਾ ਗ੍ਰਹਿ ਮੰਤਰਾਲਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਹਨਾਂ ਸਾਰਿਆਂ ਨੇ ਕਾਂਗਰਸ ਸਰਕਾਰ ਤੇ ਚੰਨੀ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਨੇ। ਤਾਂ ਫਿਰ ਜ਼ਾਹਿਰ ਤੌਰ ਤੇ ਸੀਐਮ ਚੰਨੀ ਦਾ ਪ੍ਰੈਸ ਕਾਨਫਰੰਸ ਕਰਨਾ ਸ਼ਾਇਦ ਲਾਜ਼ਮੀ ਹੋ ਗਿਆ ਸੀ। ਐਮਰਜੈਂਸੀ ਪ੍ਰੈਸ ਕਾਨਫਰੰਸ ਸੱਦੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਤਰ੍ਹਾਂ ਮੁੜ ਜਾਣ ਦੇ ਨਾਲ ਮੈਨੂੰ ਬਹੁਤ ਅਫਸੋਸ ਹੈ। ਕਹਿੰਦੇ ਮੈਂ ਤਾਂ ਲੈਣ ਜਾਣਾ ਸੀ, ਪਰ ਮੇਰੇ ਜਿਹੜੇ ਨਾਲ ਰਹਿੰਦੇ ਮੁਲਾਜ਼ਮ ਉਹਨਾਂ ਨੂੰ ਕਰੋਨਾ ਹੋ ਗਿਆ ਸੀ, ਇਸ ਕਰਕੇ ਮੈਂ ਸੁਰੱਖਿਆ ਦੇ ਲਿਹਾਜ਼ ਨਾਲ ਨਹੀਂ ਗਿਆ ਤੇ ਮੈਂ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਡਿਊਟੀ ਲਾਈ ਸੀ ਉਹਨਾਂ ਦਾ ਸਵਾਗਤ ਕਰਨ ਦੀ। ਅਸੀਂ ਪ੍ਰਧਾਨ ਮੰਤਰੀ ਦਾ ਪੂਰਾ ਸਤਿਕਾਰ ਕਰਦੇ ਹਾਂ। ਕਹਿੰਦੇ ਮੈਂ ਤਾਂ ਮੋਦੀ ਜੀ ਦੇ ਸਵਾਗਤ ਦੇ ਲਈ ਬਹੁਤ ਕੁਝ ਤਿਆਰ ਕਰੀ ਬੈਠਾ ਸੀ, ਲੈਕਚਰ ਤਿਆਰ ਕਰੀ ਬੈਠਾ ਸੀ, ਮੰਗਾਂ ਤਿਆਰ ਕਰੀ ਬੈਠਾ ਸੀ ਕਿ ਪੰਜਾਬ ਦੇ ਲਈ ਆਹ ਕੁਝ ਮੰਗਾਂਗੇ, ਪਰ ਜੇ ਮਾਮਲਾ ਸੁਰੱਖਿਆ ਨੂੰ ਲੈ ਕੇ ਆ ਤਾਂ ਅਸੀਂ ਇਸ ਦੀ ਜਾਂਚ ਜ਼ਰੂਰ ਕਰਵਾਵਾਂਗੇ। ਮੋਦੀ ਜੀ ਦੇ ਵੱਲੋਂ ਚੰਨੀ ਨੂੰ ਮਾਰੇ ਗਏ ਤਾਨੇ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਮੋਦੀ ਜੀ ਮੇਰੇ ਤੋਂ ਵੱਡੇ ਨੇ, ਜੇ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਜਾਂ ਸਿਆਸੀ ਪੱਖੋਂ ਕੁਝ ਵੀ ਕਿਹਾ ਹੈ ਤਾਂ ਮੈਂ ਉਹਨੂੰ ਸਵੀਕਾਰ ਕਰਦਾ ਹਾਂ, ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿਆਂਗਾ। ਇੱਕ ਉਹਨਾਂ ਨੇ ਇਹ ਕਿਹਾ ਕਿ 5 ਦਿਨਾਂ ਤੋਂ ਕੇਂਦਰ ਦੀਆਂ ਏਜੰਸੀਆਂ ਦੇ ਅਧੀਨ ਹੀ ਸਾਰਾ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ। ਇਹੀ ਸਵਾਲ ਹੈ ਜਿਹੜਾ ਲੋਕ ਸੋਸ਼ਲ ਮੀਡੀਆ ਤੇ ਚੁੱਕ ਰਹੇ ਨੇ ਕਿ ਸਾਰੀਆਂ ਮੁਲਕ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਸੀ ਤੇ ਜਿਹੜੀ ਗਾਜ ਹੈ ਉਹ ਸੂਬਾ ਸਰਕਾਰ ਤੇ ਸੁੱਟੀ ਜਾ ਰਹੀ ਹੈ। ਚੰਨੀ ਨੇ ਦਾਅਵਾ ਕੀਤਾ ਕਿ ਅਸੀਂ ਰਾਤ 2-3 ਵਜੇ ਤੱਕ ਸਾਰੇ ਰਾਹ ਖਾਲੀ ਕਰਵਾ ਦਿੱਤੇ ਸੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਸੀਂ ਭਰੋਸਾ ਦਿਵਾਇਆ ਸੀ ਕਿ ਅਸੀਂ ਉਹਨਾਂ ਦੀ ਮੋਦੀ ਜੀ ਦੇ ਨਾਲ ਗੱਲ ਕਰਵਾ ਦੇਵਾਂਗੇ। ਕਹਿੰਦੇ ਅਸੀਂ ਪਹਿਲਾਂ ਹੀ ਬੀਜੇਪੀ ਨੂੰ ਇਹ ਸੰਕੇਤ ਦੇ ਦਿੱਤਾ ਸੀ ਮੌਸਮ ਖਰਾਬ ਹੈ, ਕਿਸਾਨਾਂ ਦਾ ਵੀ ਪ੍ਰਦਰਸ਼ਨ ਹੈ, ਜੇ ਪ੍ਰੋਗਰਾਮ ਰੱਦ ਹੋ ਸਕਦਾ ਤਾਂ ਰੱਦ ਕਰ ਦਿਓ, ਪਰ ਬੀਜੇਪੀ ਨੇ ਪ੍ਰੋਗਰਾਮ ਰੱਦ ਨਹੀਂ ਕੀਤਾ। ਇੱਕ ਉਹਨਾਂ ਨੇ ਖੁਲਾਸਾ ਕੀਤਾ, ਲਿਖਤੀ ਚਿੱਠੀ ਵੀ ਜਾਰੀ ਕੀਤੀ ਹੈ। ਕਹਿੰਦੇ ਸਾਨੂੰ ਪੀਐਮਓ ਤੋਂ ਸਾਰਾ ਲਿਖਤੀ ਪ੍ਰੋਗਰਾਮ ਆਇਆ ਹੋਇਆ ਸੀ ਤੇ ਵਾਇਆ ਸੜਕ ਰਾਹੀਂ ਸਾਨੂੰ ਕੋਈ ਵੀ ਪ੍ਰੋਗਰਾਮ ਨਹੀਂ ਦੱਸਿਆ ਗਿਆ, ਇਹ ਉਹਨਾਂ ਨੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੇ ਕੋਈ ਹਮਲਾ ਨਹੀਂ ਹੋਇਆ, ਸਾਡੇ ਕਿਸਾਨ ਪਹਿਲਾਂ ਵੀ ਪੂਰਾ ਸਾਲ ਦਿੱਲੀ ਧਰਨੇ ਤੇ ਬੈਠੇ ਰਹੇ ਨੇ, ਉਦੋਂ ਤਾਂ ਉਹਨਾਂ ਨੇ ਕੋਈ ਹਮਲਾ ਨਹੀਂ ਕੀਤਾ ਮੋਦੀ ਜੀ ਦੇ ਘਰੇ ਜਾ ਕੇ। ਇਹ ਬਿਲਕੁਲ ਗਲਤ ਹੈ। ਪ੍ਰਧਾਨ ਮੰਤਰੀ ਜਦੋਂ ਪੰਜਾਬ ਆਏ ਤਾਂ ਉਹਨਾਂ ਨਾਲ ਜਿਹੜੀ ਘਟਨਾ ਹੋਈ ਹੈ ਉਸ ਨੂੰ ਪੰਜਾਬ ਸਰਕਾਰ ਦੇ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਆਪ ਲਿਆ। ਕਹਿੰਦੇ ਪੰਜਾਬੀ ਆਪਣੀ ਜਾਨ ਤੋਂ ਤਾਂ ਜਾ ਸਕਦਾ ਹੈ, ਪਰ ਆਪਣੇ ਘਰ ਆਏ ਮਹਿਮਾਨ ਨੂੰ ਕੁਝ ਨਹੀਂ ਕਹਿੰਦਾ। ਜੇ ਕੇਂਦਰ ਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਸੁਰੱਖਿਆ ਦਾ ਉਲੰਘਣ ਕੀਤਾ ਗਿਆ ਤਾਂ ਅਸੀਂ ਇਸ ਦੀ ਜਾਂਚ ਕਰਾਂਗੇ। ਜਿਹੜੇ ਪ੍ਰੋਟੈਸਟ ਹੁੰਦੇ ਨੇ, ਮੁਜ਼ਾਹਰੇ ਹੁੰਦੇ ਨੇ, ਉਹ ਲੋਕਤੰਤਰਿਕ ਤਰੀਕੇ ਦੇ ਨਾਲ ਪ੍ਰਦਰਸ਼ਨ ਹੁੰਦੇ ਨੇ, ਪਰ ਹਮਲਾ ਕੋਈ ਨਹੀਂ ਹੋਇਆ। ਇੱਕ ਪੱਤਰਕਾਰ ਨੇ ਫਿਰ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਦਾ ਸਵਾਲ ਪੁੱਛਿਆ ਤਾਂ ਚੰਨੀ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ ਰਾਸ਼ਟਰਪਤੀ ਰਾਜ ਲੱਗਣਾ ਹੀ ਹੈ, ਬੀਜੇਪੀ ਦੀ ਇਹ ਮਨਸ਼ਾ ਹੈ, ਪਰ ਅਸੀਂ ਰਾਸ਼ਟਰਪਤੀ ਰਾਜ ਤੋਂ ਡਰ ਕੇ ਕੰਮ ਨਹੀਂ ਕਰ ਰਹੇ। ਮੈਂ ਅਸਤੀਫਾ ਕਿਹੜੀ ਗੱਲ ਤੋਂ ਦਿਆਂ, ਇਹਦੇ ਵਿੱਚ ਮੇਰੀ ਕੀ ਗਲਤੀ ਹੈ? ਇਹ ਸਿਰਫ ਇੱਕ ਸਿਆਸੀ ਪ੍ਰਦਰਸ਼ਨ ਸੀ, ਬੀਜੇਪੀ ਦਾ ਪ੍ਰਦਰਸ਼ਨ ਸੀ। 70,000 ਕੁਰਸੀ ਲੱਗੀ ਸੀ ਪਰ ਬੰਦਾ 700 ਪਹੁੰਚਿਆ, ਤਾਂ ਇਹਦੇ ਵਿੱਚ ਹੁਣ ਮੈਂ ਕੀ ਕਰਾਂ? ਚੁਣੀ ਹੋਈ ਸਰਕਾਰਾਂ ਹੈ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰੀਏ ਤੇ ਸਾਨੂੰ ਪੂਰਾ ਸਤਿਕਾਰ ਹੈ। ਮੈਂ ਆਪ ਉਹਨਾਂ ਨੂੰ ਰਿਸੀਵ ਕਰਨ ਤੇ ਉਹਨਾਂ ਦੇ ਨਾਲ ਰਹਿਣਾ ਸੀ। ਪਹਿਲਾਂ ਤੋਂ ਪ੍ਰੋਗਰਾਮ ਬਣਿਆ ਸੀ ਕਿ ਮੈਂ ਉਹਨਾਂ ਨੂੰ ਬਠਿੰਡੇ ਰਿਸੀਵ ਕਰਨਾ ਹੈ। ਉਸ ਤੋਂ ਬਾਅਦ ਹੈਲੀਕਾਪਟਰ ਦੇ ਵਿੱਚ ਮੈਂ ਉਹਨਾਂ ਦੇ ਨਾਲ ਜਾਣਾ ਸੀ, ਫਿਰੋਜ਼ਪੁਰ ਜਾ ਕੇ ਉਹਨਾਂ ਦੇ ਨਾਲ ਇੱਕ ਮੀਟਿੰਗ ਵੀ ਅਟੈਂਡ ਕਰਨੀ ਸੀ। ਉਸ ਤੋਂ ਬਾਅਦ
ਉਹਨਾਂ ਨੇ ਇੱਕ ਪੋਲੀਟੀਕਲ ਰੈਲੀ ਕਰਨੀ ਸੀ, ਉੱਥੇ ਸਾਡਾ ਜਾਣ ਦਾ ਪ੍ਰੋਗਰਾਮ ਨਹੀਂ ਸੀ। ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਨਾਲ ਜਾਂ ਉਹਨਾਂ ਨੂੰ ਕੋਈ ਖਤਰੇ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ये बिल्कुल गलत है कि प्रधानमंत्री जी जब पंजाब में आए तो उनकी सिक्योरिटी लैप्सेस दिखाकर उनको खतरे के साथ कोई जोड़ा जा रहा है। ये राजनीति इसमें नहीं होनी चाहिए। वी हैव एवरी रिस्पेक्ट फॉर अवर प्राइम मिनिस्टर। कोई भी ऐसी बात नहीं हुई कि उनकी शान में या उनकी सिक्योरिटी को कोई खतरा हुआ हो। पंजाब सरकार, पंजाब पुलिस इसमें सक्षम है। ये इस कारण हुआ कि हेलीपैड से हेलीकॉप्टर पे जाना था, अचानक प्रोग्राम सड़क पे जाने का बनाया गया, जो कि प्रोग्राम में नहीं था, पहले से नहीं था। फिर भी आगे एजिटेटर बैठे हैं, पीछे काफी पीछे गाड़ियां रोककर बता दिया गया कि आगे एजिटेशन वाले एकदम सड़क पे आकर बैठ गए। अब सड़क पे एकदम कोई ट्राली लगाकर बैठ जाए, उसको हटाने में 10, 15, 20 मिनट, आधा घंटा लग जाता है। इसलिए सेफ साइड के लिए प्रधानमंत्री जी को बोला गया कि आप पीछे आ जाएं, हम अदर रूट या बाई हेलीपैड आपको ले चलते हैं, लेकिन उन्होंने वापस जाने का फैसला किया। सो मैं पंजाब सरकार की तरफ से आपको क्लियर करने आया हूँ कि इसमें किसी भी तरह का कोई खतरे वाली बात नहीं थी, ना ही हुई है। ये टोटली एक पीसफुल एजिटेटर आकर अचानक सड़क पे बैठ गए, जिस सड़क पे हमारा जाने का कोई प्रोग्राम नहीं था। प्रोग्राम हेलीपैड के साथ जाने, हेलीकॉप्टर पे जाने का था, और किसी तरह का कोई खतरा यहाँ नहीं है और नहीं था, ना ही प्रधानमंत्री जी को ऐसा हुआ है। लेकिन फिर भी प्रधानमंत्री जी को या उन्होंने अपने तरफ तरीके से, उनकी टीम ने फैसला वापस जाने का ले लिया, जबकि हेलीकॉप्टर से जा सकते थे, अदर रूट से भी जा सकते थे, लेकिन वो वापस गए हैं। हमें इस चीज का खेद है, हमें पीड़ा है। हम अपने प्रधानमंत्री जी को पूरा सत्कार और प्यार देते हैं और देते रहेंगे। बीजेपी के जो नेता प्रेस कॉन्फ्रेंस करके सरकार को या रिलेशन खराब करने की बात कर रहे हैं, ऐसी बात मत करें। ये पॉलिटिक्स नहीं है, हम राजनीति इसी बातों में नहीं करते हैं। अगर प्रधानमंत्री जी हमारे आएंगे तो कुछ देकर ही जाएंगे पंजाब को, और हम चाहते हैं। मेरा लेक्चर तैयार पड़ा था, मैं बीसी पे इंतजार कर रहा था उनको बोलने के लिए कि प्रधानमंत्री जी ने आना है। मैंने 100 कुछ सोचा था उनको जी आया कहने के लिए, उनको वेलकम करने के लिए। मैंने 100 कुछ सोचा था उनसे मांगने के लिए, पंजाब के लिए। हमारी ऐसी सोच नहीं है। अगर ये कोई बीजेपी का नेता अगर ऐसी बात करता है, ये राजनीति है, राजनीति मत करें। किसान एजिटेशन पे है, आज से नहीं है, 1 साल से है। किसानों की कुछ डिमांडें हैं। मैं अपने पंजाब के लोगों पे गोलियां या लाठियां नहीं चलाने वाला। प्यार से मैंने पूरी रात लगाकर उनको सड़क से उठाया है, और वो मोटिवेट होकर मेरी बात मानकर या सरकार की बात मानकर बीजेपी के नेताओं की बात मानकर प्रधानमंत्री से मिलने के आश्वासन के बाद उठ गए थे। उसके बाद कोई एजिटेशन नहीं था। इस रोड पे हमारा रूट प्लान नहीं था। अचानक कुछ लोग आकर बैठ गए हैं और उनको उठाया, प्यार से जा सकता था। कोई किसी तरह का खतरा या हमला नहीं हुआ है। तो फिर भी जो सिक्योरिटी लैप्सेस हुए हैं, अगर ये है तो हम इसकी इंक्वायरी भी कराने के लिए तैयार हैं और कराएंगे।